पहला जिस जल निध कारण तुम जग आए, सो अमृत गुर पाही जियो। छोड़ह वेश भेख चुतराई, दुबेदा एह फल नाही जियो। जिस जल निध कारण तुम जग आए, सो अमृत गुर पाही जियो। छोड़ह वेश भेख चुतराई, दुबेदा एह फल नाही जियो। मन रे थिर रहो, मत कत जाही जियो। बाहर ढूंढत बहुत दुख पावै, घर अमृत घट माही जियो। रहाओ अवगण छोड़ गुणा को तावो, कर अवगुण पुछताही जियो। सार अपसर की सार न जान है, फिर कीच बुढ़ाही जियो। अंतर मैल लोभ बहु झूठे, बाहर नावो काही जियो। निर्मल नाम जपहो सद गुरमुख, अंतर की गत ताही जियो। पर हर लोग निंदा कूड़ त्यागो, सच गुर बचनी फल पाही जियो। जो पावै त्यों रखो हर जियो, जन नानक शब्द सलाही जियो। पर हर लोभ निंदा कूड़ त्यागो, सच गुर बचनी फल पाही जियो। जो पावै त्यों रखो हर जियो, जन नानक शब्द सलाही जियो। वाहिगुरु जी का खालसा, वाहिगुरु जी की फतेह। सतगुर आयो शरण तुहारी, मिले सुख नाम हर सुबा। चिंता लाहे हमारी, अवर न सुझै दूजी ठाहर। हार पर्यो तो द्वारी, लेखा छोड़ अलेख छूट है। हम निर्गुण ले हो उबारी, साध बख्शिंद सदा मेहरबाना। सबना दे आधारी, नानक दास संत पाछै परयो। राख ले हो एहो बारी, बेशुमार अथाह गणत अतुल।
ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਓ ਸਰਬੱਤ ਸੰਗਤ ਇੱਕ ਵਾਰ ਫਿਰ ਰਸਨਾ ਨੂੰ ਕਰੋ ਪਵਿੱਤਰ। ਗੁਰੂ ਬਖਸ਼ੀ ਗੁਰ ਫਤਿਹ ਦੀ ਸਾਂਝ ਪ੍ਰੇਮ ਸਹਿਤ ਪਾਓ। ਪਿਆਰ ਨਾਲ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਆਪ ਸਰਬੱਤ ਸੰਗਤਾਂ ਹਰ ਰੋਜ਼ ਦੀ ਤਰ੍ਹਾਂ ਦੂਰੋਂ ਨੇੜਿਓਂ ਚੱਲ ਕੇ ਇਸ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੇ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਪਵਿੱਤਰ ਮੁਖ ਵਾਕ ਹੁਕਮਨਾਮਾ ਆਪ ਸੰਗਤਾਂ ਨੇ ਹੁਣੇ ਸ਼੍ਰਵਣ ਕੀਤਾ ਹੈ। ਹਰ ਰੋਜ਼ ਹੀ ਆਪ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਸਥਾਨ ਤੋਂ ਅੰਮ੍ਰਿਤ ਵੇਲੇ ਦਾ ਸਤਿਗੁਰੂ ਦਾ ਸਾਹਿਬ ਦਾ ਬਖਸ਼ਿਆ ਹੁਕਮਨਾਮਾ ਉਸ ਦੀ ਕਥਾ ਵਿਚਾਰ ਸਿੰਘ ਸਾਹਿਬਾਨਾਂ ਦੇ ਪਾਸੋਂ ਅਤੇ ਪੰਥਕ ਮਹਾਨ ਵਿਦਵਾਨਾਂ ਦੇ ਪਾਸੋਂ ਹਰ ਰੋਜ਼ ਸਰਵਣ ਕਰਦੇ ਆ ਰਹੇ ਹੋ। ਅੱਜ ਦਾ ਜੋ ਇਹ ਪਵਿੱਤਰ ਮੁਖ ਵਾਕ ਹੈ, ਪਰਮ ਕਿਰਪਾਲੂ ਜਗਤ ਗੁਰੂ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੋਰਠ ਰਾਗ ਅੰਦਰ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 598 ਉੱਪਰ ਇਹ ਸ਼ਬਦ ਸੁਸ਼ੋਭਿਤ ਹੈ। ਇਸ ਸ਼ਬਦ ਦੇ ਅੰਦਰ ਆਰੰਭਤਾ ਵਿੱਚ ਹੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਨੁੱਖ ਜਨਮ ਲੈ ਕੇ ਸੰਸਾਰ ਦੇ ਅੰਦਰ ਆਵਣ ਦਾ ਕਾਰਨ ਦਰਸਾਇਆ ਹੈ। ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ, ਐ ਮਨੁੱਖ ਇਹ ਜਿਹੜਾ ਮਨੁੱਖ ਜਨਮ ਤੈਨੂੰ ਮਾਲਕ ਦੀ ਮਹਾਨ ਕਿਰਪਾ ਦਾ ਸਦਕਾ ਕੋਈ ਤੇਰੇ ਪੂਰਬਲੇ ਚੰਗੇ ਕੀਤੇ ਕਰਮਾਂ ਦਾ ਸਦਕਾ ਪ੍ਰਾਪਤ ਹੋਇਆ ਹੈ। ਇਹਦੀ ਪ੍ਰਾਪਤੀ ਦਾ ਮੁੱਖ ਭਾਵ ਗੁਰੂ ਪਾਸੋਂ ਨਾਮ ਅੰਮ੍ਰਿਤ ਪ੍ਰਤੱਖ ਅੰਮ੍ਰਿਤ ਪ੍ਰਾਪਤ ਕਰਨ ਵਾਸਤੇ ਮਿਲਿਆ ਹੈ। ਮਨੁੱਖ ਤੋਂ
ਇਹਦੀ ਪ੍ਰਾਪਤੀ ਲਈ, ਜੀਵਨ ਦੀ ਸਫਲਤਾ ਲਈ ਗੁਰੂ ਨੂੰ ਛੱਡ ਕੇ ਮਤਾ ਕਿਤੇ ਹੋਰ ਪਾਸੇ ਇੱਧਰ ਉੱਧਰ ਤੂੰ ਦੌੜਨਾ ਕਰ। ਇਹ ਅਟਲ ਸਚਾਈ ਹੈ। ਇਹ ਗੁਰੂ ਤੋਂ ਬਿਨਾ ਹੋਰ ਕਿਤੋਂ ਪ੍ਰਾਪਤ ਨਹੀਂ ਹੋ ਸਕੇਗਾ ਤੈਨੂੰ। ਜਿਤਨਾ ਮਰਜ਼ੀ ਤੂੰ ਭੜਕਦਾ ਫਿਰ, ਕਿਉਂਕਿ ਹੋਰ ਕਿਸੇ ਦੇ ਪਾਸ ਹੈ ਹੀ ਨਹੀਂ। ਇਹ ਤਾਂ ਸਿਰਫ ਗੁਰੂ ਦੇ ਪਾਸ ਹੈ। ਇਹਦੀ ਪ੍ਰਾਪਤੀ ਵਾਸਤੇ ਆਦਿ ਕਾਲ ਤੋਂ ਬੜੇ ਯਤਨ ਕਰਦੇ ਰਹੇ, ਕਿਉਂਕਿ ਵਸਤੂ ਹੀ ਐਸੀ ਆ ਜਿਸ ਨੂੰ ਇਹ ਪ੍ਰਾਪਤ ਹੋ ਜਾਂਦੀ ਆ ਗੁਰੂ ਕਿਰਪਾ ਦੇ ਨਾਲ, ਉਹ ਅਮਰ ਹੋ ਜਾਂਦਾ ਹੈ। ਉਹਦਾ ਮੌਤ ਦਾ ਭੈ ਖਤਮ ਹੋ ਜਾਂਦਾ ਹੈ। ਨਹੀਂ ਤਾਂ ਸੰਸਾਰ ਦੇ ਅੰਦਰ ਸਭ ਕੋਈ ਮੌਤ ਤੋਂ ਡਰਦਾ ਹੈ, ਪਰ ਜਿਸ ਨੂੰ ਇਹ ਅੰਮ੍ਰਿਤ ਪ੍ਰਾਪਤ ਹੋ ਜਾਵੇ ਉਹਨੂੰ ਮੌਤ ਦਾ ਡਰ ਨਹੀਂ ਰਹਿੰਦਾ। ਸਤਿਗੁਰੂ ਜੀ ਨੇ ਬਾਣੀ ਵਿੱਚ ਕਿਹਾ, ਜਗ ਮਰਨ ਨਾ ਭਾਇਆ, ਨਿਤ ਆਪ ਲੁਕਾਇਆ, ਮਤ ਜਮ ਪਕੜੈ ਲੈ ਜਾਏ ਜੀਓ। ਪਰ ਜਿਹੜਾ ਇਸ ਨੂੰ ਪ੍ਰਾਪਤ ਕਰ ਲੈਂਦਾ ਹੈ, ਗੁਰਦੇਵ ਗੁਰਬਾਣੀ ਚ ਫਰਮਾਉਂਦੇ ਹਨ, ਅੰਮ੍ਰਿਤ ਪੀਵੈ ਅਮਰ ਸੋ ਹੋਏ, ਉਸ ਪੁਰਖ ਕਾ ਨਾਹੀ ਕਦੇ ਵਿਨਾਸ਼। ਮਾਰੇ ਕਹਿੰਦੇ ਜਿਹੜਾ ਇਸ ਨੂੰ ਪੀ ਲੈਂਦਾ ਹੈ, ਅਮਰ ਸੋ ਹੋਏ, ਉਹ ਅਮਰ ਹੋ ਜਾਂਦਾ ਹੈ। ਉਹਦਾ ਕਦੇ ਵੀ ਵਿਨਾਸ਼ ਨਹੀਂ ਹੁੰਦਾ, ਨਾਸ਼ ਨਹੀਂ ਹੁੰਦਾ। ਉਹਨੂੰ ਅਮਰ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਉਹਦਾ ਮੌਤ ਦਾ ਭੈ ਖਤਮ ਹੋ ਜਾਂਦਾ ਹੈ, ਡਰ ਖਤਮ ਹੋ ਜਾਂਦਾ ਹੈ। ਇਹਦੀ ਪ੍ਰਾਪਤੀ ਲਈ ਦੇਵਤੇ ਵੀ ਯਤਨ ਕਰਦੇ ਰਹੇ। ਇਸ ਸਦਾ ਜੀਵਨ ਨੂੰ ਪ੍ਰਾਪਤ ਹੋ ਜਾਈਏ, ਮਰਨ ਤੋਂ ਰਹਿਤ ਹੋ ਜਾਈਏ, ਇਸ ਯਤਨ ਵਿੱਚ ਲੱਗੇ ਰਹੇ। ਗੁਰਦੇਵ ਨੇ ਬਾਣੀ ਚ ਤਦ ਹੀ ਕਿਹਾ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਮੇਰੇ ਸਮਰੱਥ ਗੁਰੂ ਤੀਸਰੇ ਪਾਤਸ਼ਾਹ ਧੰਨ ਗੁਰੂ ਗੁਰੂ ਅਮਰਦਾਸ ਜੀ ਦੇ ਅੰਮ੍ਰਿਤ ਬੋਲ ਹਨ। ਮਾਰੇ ਕਹਿੰਦੇ ਦੇਵਤੇ ਵੀ ਤੇ ਮਨੁੱਖ ਵੀ ਇਸ ਨੂੰ ਲੱਭਦੇ ਰਹੇ ਹਨ। ਜੇ ਕਿਸੇ ਮਨੁੱਖ ਮਾਤਰ ਨੂੰ ਪ੍ਰਾਪਤ ਹੋਇਆ ਤਾਂ ਗੁਰੂ ਪਾਸੋਂ ਪ੍ਰਾਪਤ ਹੋਇਆ ਹੈ। ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ। ਜੀ ਤੇ ਗੁਰੂ ਨੇ ਕਿਰਪਾ ਕੀਤੀ ਆ, ਉਸੇ ਨਹੀਂ ਪਾਇਆ ਹੈ। ਜਿਹਨੇ ਪਾਲਿਆ ਉਹਦੇ ਮਨ ਦੇ ਅੰਦਰ ਸੱਚਾ ਵਾਹਿਗੁਰੂ ਜੀ ਵਸ ਗਿਆ ਹੈ। ਉਹਦੇ ਅੰਦਰੋਂ ਲੱਭ ਵੀ, ਲੋਭ ਵੀ, ਵਿਕਾਰ ਉਹਦੇ ਅੰਦਰੋਂ ਖਤਮ ਹੋ ਜਾਂਦੇ ਨੇ। ਪਰ ਪਾ ਕੌਣ ਸਕਦਾ ਹੈ? ਗੁਰੂ ਕਿਹਨੂੰ ਬਖਸ਼ਦਾ ਹੈ? ਕਹੈ ਨਾਨਕ ਜਿਸਨੂੰ ਆਪ ਤੁਠਾ। ਜੀ ਤੇ ਗੁਰੂ ਤੁਠਦਾ ਹੈ, ਜੀ ਤੇ ਗੁਰੂ ਪ੍ਰਸੰਨ ਹੁੰਦਾ ਹੈ। ਸੋ ਅੰਮ੍ਰਿਤ ਗੁਰ ਤੇ ਪਾਇਆ, ਉਹਨਾਂ ਨੇ ਇਹ ਪਾਇਆ ਹੈ। ਹਾਂ, ਗੁਰਬਾਣੀ ਦੇ ਅੰਦਰ ਅੰਮ੍ਰਿਤ ਸ਼ਬਦ ਵੱਖ-ਵੱਖ ਅਰਥਾਂ ਵਿੱਚ ਵੀ ਆਇਆ ਪ੍ਰਕਰਨ ਮੁਤਾਬਕ। ਅੰਮ੍ਰਿਤ ਵੇਲੇ ਨੂੰ ਵੀ ਕਿਹਾ, ਸਵੇਰ ਦੇ ਟਾਈਮ ਨੂੰ, ਪਿਛਲੀ ਰਾਤ ਨੂੰ, ਪਹਿਲ ਰਾਤਰੀ ਦਾ ਅੰਧੇਰਾ। ਬਾਣੀ ਚ ਸਤਿਗੁਰੂ ਨੇ ਕਿਹਾ, ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ। ਗੁਰ ਇਤਿਹਾਸ ਅੰਦਰ ਵੀ ਇਸ ਸੰਬੰਧ ਵਿੱਚ ਵਚਨ ਆਏ ਨੇ, ਜਾਮ ਨਿਸ਼ਾ ਬਾਕੀ ਰਹਿ, ਹੋਏ ਅੰਮ੍ਰਿਤ ਵੇਲਾ। ਨਿਸ਼ਾ ਨਾਮ ਰਾਤ ਦਾ,
ਜਦੋਂ ਪਹਿਰ ਰਾਤ ਦਾ ਅੰਧੇਰਾ ਰਹਿ ਜਾਂਦਾ, ਜਾਮ ਨਿਸ਼ਾ ਬਾਕੀ ਰਹਿ, ਹੋਏ ਅੰਮ੍ਰਿਤ ਵੇਲਾ, ਤਬ ਜਾਗੇ ਸ੍ਰੀ ਸਤਿਗੁਰੂ। ਗੁਰੂ ਅਮਰਦਾਸ ਜੀ ਦੇ ਇਤਿਹਾਸ ਵਿੱਚ ਗੁਰ ਪ੍ਰਤਾਪ ਸੂਰਜ ਗ੍ਰੰਥ ਅੰਦਰ ਇਹ ਕਵੀ ਸੰਤੋਖ ਸਿੰਘ ਜੀ ਨੇ ਵਚਨ ਅੰਕਿਤ ਕੀਤੇ ਹਨ। ਜਾਮ ਨਿਸ਼ਾ ਵਕਤ ਹੈ, ਹੋਏ ਅੰਮ੍ਰਿਤ ਵੇਲਾ, ਤਬ ਜਾਗੇ ਸ੍ਰੀ ਸਤਿਗੁਰੂ, ਲਖ ਭਜਨ ਸੁਹੇਲਾ। ਅੰਮ੍ਰਿਤ ਵੇਲਾ ਜਾਣ ਕੇ, ਸਿਮਰਨ ਭਜਨ ਦਾ ਸਮਾਂ ਜਾਣ ਕੇ ਸਤਿਗੁਰੂ ਉੱਠਦੇ ਸਨ। ਬੱਲੂ ਆਗਿਆ ਲੈ ਕਰ ਜਲ ਕੋਠ ਜਾਵੈ, ਸਲਤਾ ਤੇ ਭਰ ਕਲਸ ਕੋ ਗੁਰ ਇਸ਼ਨਾਨ ਕਰਾਵੈ। ਕਹਿਣ ਤੋਂ ਭਾਵ ਵੱਡੇ ਤੜਕੇ ਨੂੰ ਡੇਗ ਜਾਂ ਪਹਿਰ ਰਾਤਰੀ ਦੇ ਅੰਧੇਰੇ ਦੇ ਸਮੇਂ ਨੂੰ ਵੀ ਅੰਮ੍ਰਿਤ ਵੇਲਾ ਕਿਹਾ ਗਿਆ ਹੈ। ਅੰਮ੍ਰਿਤ ਕੁਝ ਵਸਤੂਆਂ ਵੱਖ-ਵੱਖ ਖਾਵਣ ਵਾਲੀਆਂ ਦਾ ਨਾਮ ਵੀ ਹੈ, ਬਾਣੀ ਵਿੱਚ ਆਇਆ। ਆਪਾਂ ਸਤਿਗੁਰੂ ਦੇ ਬਚਨ ਪੜ੍ਹਦੇ ਹਾਂ, ਜੇ ਪ੍ਰਸਾਦ ਸ਼ਕਤੀ ਹੈ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਵੈਸੇ ਕੁਝ 5 ਵਸਤੂਆਂ ਦਾ ਨਾਮ ਵੀ ਅੰਮ੍ਰਿਤ ਆਇਆ ਹੈ। ਜੇ ਮੁਖ ਪੰਚੋ ਅੰਮ੍ਰਿਤ ਖਾਏ, ਤੇ ਮੁਖ ਦੇਖਤ ਲੂਕਟ ਲਾਏ। ਭਗਤ ਕਬੀਰ ਜੀ ਦੇ ਪਾਵਨ ਬੋਲ ਹਨ। ਦੁੱਧ, ਦਹੀਂ, ਘਿਰਤ, ਖੰਡ, ਸ਼ਹਿਦ, ਵਿਦਵਾਨਾਂ ਨੇ ਗ੍ਰੰਥਾਂ ਦੇ ਅੰਦਰ ਇਹਨਾਂ ਨੂੰ ਵੀ ਅੰਮ੍ਰਿਤ ਕਿਹਾ ਹੈ। ਜੇ ਮੁਖ ਪੰਚੋ ਅੰਮ੍ਰਿਤ ਖਾਏ। ਅੰਮ੍ਰਿਤ ਨਾਮ ਦਾ ਨਾਮ ਵੀ ਬਾਣੀ ਦੇ ਅੰਦਰ ਆਇਆ ਹੈ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵਹੁ ਭਾਈ। ਜੇ ਸਿਮਰਤ ਸੁਖ ਪਾਈ ਹੈ, ਸਭ ਤਿਖਾ ਬੁਝਾਈ। ਅੰਮ੍ਰਿਤ ਨਾਮ ਦੁੱਧ ਦਾ ਵੀ ਆਇਆ ਬਾਣੀ ਦੇ ਅੰਦਰ। ਜਿਵੇਂ ਆਰੰਭ ਵਿੱਚ ਵੀ ਮੈਂ ਕਹਿ ਦਿੱਤਾ, 5 ਸ਼ਬਦਾਂ ਦੀ ਗਿਣਤੀ 'ਚ ਵੀ ਉੱਤੇ ਆ ਗਿਆ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਹੈ, ਪਸ਼ੂ ਮਿਲੇ ਚੰਗਿਆਈਆਂ, ਖੜ ਖਾਵਹਿ ਅੰਮ੍ਰਿਤ ਦੇਹੇ। ਨਾਮ ਵਿਹੂਣੇ ਆਦਮੀ, ਤ੍ਰਿਗ ਜੀਵਨ ਕਰਮ ਖਰੇਹ। ਖੜ ਖਾਵਹਿ ਅੰਮ੍ਰਿਤ ਦੇਹ, ਅੰਮ੍ਰਿਤ ਸਰੀਖਾ ਦੁੱਧ। ਪਾਵਨ ਬਾਣੀ ਦੇ ਅੰਦਰ ਰਸਨਾ ਅੰਮ੍ਰਿਤ ਬੋਲਦੀ ਸ਼ਬਦ ਵੀ ਆਇਆ ਹੈ। ਪਿਆਰੇ ਮਿੱਠੇ ਬੋਲ। ਸਤਿਗੁਰੂ ਦੀ ਪਾਵਨ ਬਾਣੀ ਵੀ ਅੰਮ੍ਰਿਤ ਰੂਪ ਹੈ। ਬਾਣੀ ਸਾਰੇ ਅੰਮ੍ਰਿਤ ਹੈ। ਹਜ਼ੂਰ ਨੇ ਬਾਣੀ ਚ ਕਿਹਾ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਹਜ਼ੂਰ ਨੇ ਫਰਮਾਇਆ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੇ ਤਿਸ ਮੋਖ ਦੁਆਰ। ਸਤਿਗੁਰੂ ਜੀ ਨੇ ਇਸ ਅੰਮ੍ਰਿਤ ਦੇ ਸੰਬੰਧ ਵਿੱਚ ਇਹ ਵੀ ਬਾਣੀ ਚ ਕਿਹਾ ਹੈ, ਜਿਨ ਵਡਿਆਈ ਤੇਰੇ ਨਾਮ ਕੀ, ਤੇ ਰਤੇ ਮਨ ਮਾਹੇ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੇ। ਨਾਨਕ ਅੰਮ੍ਰਿਤ ਮਨੈ ਮਾਹੇ, ਪਾਈਐ ਗੁਰ ਪ੍ਰਸਾਦ। ਤਿੰਨੀ ਪੀਤਾ ਰੰਗ ਸੋ, ਜਿਨ ਕੋ ਲਿਖਿਆ ਆਦ। ਪਰ ਬਾਵਨ ਬਾਣੀ ਰਾਹੀਂ ਹੀ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਾਨੂੰ ਇਹ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਹਜ਼ੂਰ ਸ਼ਬਦ ਦੇ ਆਰੰਭ ਅੰਦਰ ਬਖਸ਼ਿਸ਼ ਕਰ ਰਹੇ ਨੇ, ਮਨੁੱਖ ਜਿਸ ਲਈ ਤੂੰ ਸੰਸਾਰ ਅੰਦਰ ਆਇਆ ਉਹ ਅੰਮ੍ਰਿਤ ਗੁਰੂ ਤੋਂ ਪ੍ਰਾਪਤ ਹੋਵੇਗਾ। ਆਓ ਮਨ ਵਿਰਤੀਆਂ ਨੂੰ ਇਕਾਗਰ ਕਰਕੇ
ਲੜੀਵਾਰ ਵਾਹਿਗੁਰੂ ਗੁਰਦੇਵ ਦੇ ਬਖਸ਼ਿਸ਼ ਕੀਤੇ ਮੁਖ ਵਾਕ ਦੀ ਵਿਚਾਰ ਇਹ ਪਾਵਨ ਸ਼ਬਦ ਦੇ ਆਰੰਭਤਾ ਤੋਂ ਭਾਵਨਾ ਨਾਲ ਨਿਯਤ ਸਮੇਂ ਦੇ ਅੰਦਰ ਸ਼ਰਵਣ ਕਰੀਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਸੋਰਠ ਰਾਗ ਦੇ ਅੰਦਰ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਸੰਪਰਦਾਈ ਵਿਦਵਾਨ ਜਾਂ ਰਾਗ ਮਾਲਾ ਦੇ ਅੰਦਰ ਵੀ ਆਏ ਜ਼ਿਕਰ ਮੁਤਾਬਕ ਇਸ ਸੋਰਠ ਨੂੰ ਰਾਗਨੀ ਵੀ ਮੰਨਿਆ। ਗੁਰਮਤਿ ਦੇ ਸੰਗੀਤਕਾਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਪਾਵਨ ਬਾਣੀ ਜੋ 31 ਰਾਗਾਂ ਦੇ ਅੰਦਰ ਹਜ਼ੂਰ ਨੇ ਉਚਾਰਨ ਕੀਤੀ ਆ, ਸਾਰਿਆਂ ਨੂੰ ਹੀ ਰਾਗ ਮੰਨਿਆ ਗਿਆ। ਇਸ ਲਈ ਇਸ ਰੂਪ ਵਿੱਚ ਸੋਰਠ ਰਾਗ ਦੇ ਅੰਦਰ ਪਹਿਲੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਵਿੱਤਰ ਮੁਖ ਵਾਕ ਵਿੱਚ ਬਖਸ਼ਿਸ਼ ਕਰਦੇ ਹਨ। ਜਿਸ ਜਲ ਨਿਦ ਕਾਰਣ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਨਿਦ ਨਾਮ ਖਜ਼ਾਨੇ ਦਾ ਹੁੰਦਾ ਹੈ। ਜਲ ਨਾਮ ਜਲ ਦਾ, ਉਦਾਂ ਤਾਂ ਜਲ ਨਿਧ ਜਲ ਦਾ ਖਜ਼ਾਨਾ ਸਮੁੰਦਰ ਵੀ ਬਣ ਜਾਵੇਗਾ, ਪਰ ਇੱਥੇ ਨਾਮ ਸਮੁੰਦਰ ਦਾ ਨਹੀਂ। ਅੱਗੇ ਹਜ਼ੂਰ ਨੇ ਆਪ ਹੀ ਇਸੇ ਪੰਕਤੀ ਦੇ ਅੰਦਰ ਇਸ ਭਾਵ ਨੂੰ ਪ੍ਰਗਟ ਕੀਤਾ, ਉਜਾਗਰ ਕੀਤਾ ਹੈ। ਗੁਰਦੇਵ ਫਰਮਾਉਂਦੇ ਨੇ, ਜਿਸ ਜਲ ਨਿਧ ਕਾਰਨ ਤੁਮ ਜਗ ਆਏ ਐ ਮਨੁੱਖ। ਜਿਸ ਜਲ ਨਿਧੀ ਦੀ ਪ੍ਰਾਪਤੀ ਵਾਸਤੇ ਤੁਸੀਂ ਸੰਸਾਰ ਅੰਦਰ ਆਏ ਹੋ, ਉਹ ਕਿਹੜੀ ਹੈ ਜਲ ਨਿਧੀ? ਉਹ ਹੈ ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਅੰਮ੍ਰਿਤ ਹੈ ਜਲ ਨਿਧੀ, ਕਿਉਂਕਿ ਸਭ ਤੋਂ ਉੱਤਮ ਜਿਹੜਾ ਜਲ ਹੈ ਖਜ਼ਾਨਾ ਉਹ ਅੰਮ੍ਰਿਤ ਹੈ, ਪਰ ਉਹ ਗੁਰੂ ਦੇ ਪਾਸੋਂ ਹੀ ਪ੍ਰਾਪਤ ਹੋ ਸਕਦਾ ਹੈ, ਗੁਰੂ ਨਹੀਂ ਬਖਸ਼ਿਆ ਹੈ। ਜਿਵੇਂ ਆਰੰਭ ਵਿੱਚ ਮੈਂ ਗੁਰੂ ਅਮਰਦਾਸ ਜੀ ਦੇ ਪਾਵਨ ਵਚਨ ਕਹੇ ਹਨ ਵੀ ਸੁਰਨਰ ਮੁਣਜਰ ਅੰਮ੍ਰਿਤ ਕੋਈ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਕਲੰਗੀਆਂ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ, ਪਰ ਸੰਸਾਰ ਦੇ ਅੰਦਰ ਅਕਾਲ ਪੁਰਖ ਤਰੁੱਠ ਕੇ ਗੁਰੂ ਨਾਨਕ ਰੂਪ ਹੋ ਕੇ ਸੰਸਾਰ 'ਚ ਪ੍ਰਗਟ ਹੋਏ। ਗੁਰੂ ਨਾਨਕ ਨੇ ਚੌਹਾਂ ਵਰਨਾਂ ਦੇ ਲੋਕਾਂ ਨੂੰ ਉਪਦੇਸ਼ ਦੇ ਕੇ ਅਕਾਲ ਪੁਰਖ ਨਾਲ ਜੋੜਿਆ, ਗੁਰਸਿੱਖੀ ਦੀ ਦਾਤ ਬਖਸ਼ਿਸ਼ ਕੀਤੀ। ਗੁਰਸਿੱਖ ਬਣਾਵਣ ਲੱਗਿਆ, ਚਰਨ ਪੌਲ ਜੀ ਨੂੰ ਚਰਨ ਅੰਮ੍ਰਿਤ ਸਿੱਖਾਂ ਪਿਲਾਇਆ। ਭਾਈ ਗੁਰਦਾਸ ਜੀ ਨੇ ਕਿਹਾ ਹੈ, ਨਾਵੇਂ ਗੁਰਦੇਵ ਗੁਰੂ ਤੇਗ ਬਹਾਦਰ ਜੀ ਤੱਕ ਇਹ ਮਰਜ਼ਾਦਾ ਚਲੀ ਆਈ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਪਾਵਨ ਸਥਾਨ ਦੇ ਉੱਤੇ 1699 ਦੀ ਵਿਸਾਖੀ ਵਾਲੇ ਦਿਨ ਇੱਕ ਬਹੁਤ ਵੱਡਾ ਵਿਸ਼ਾਲ ਇਕੱਠ ਕੀਤਾ, ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਸਨ। ਗੁਰੂ ਨਾਨਕ ਨੇ ਸਾਰਿਆਂ ਸਰੂਪਾਂ 'ਚ ਵਿਚਰ ਕੇ ਜਿੱਥੇ ਸਿੱਖੀ ਬਖਸ਼ੀ ਸੀ, ਹੁਣ ਕਿੱਥੇ ਨਹੀਂ ਸੀ ਗੁਰੂ ਨਾਨਕ ਗਏ। ਭਾਈ ਗੁਰਦਾਸ ਜੀ ਨੇ ਤਾਂ ਕਹਿ ਦਿੱਤਾ, ਬਾਬੇ ਡਿੱਠੀ ਪਿਰਥਵੀ ਨਵਾਂ ਖੰਡ ਜਿੱਥਾ ਤੱਕ ਆਹੀ। ਖੰਡਾਂ ਬ੍ਰਹਮੰਡਾਂ ਦੇ ਅੰਦਰ ਗੁਰੂ ਨਾਨਕ ਨੇ ਉਪਦੇਸ਼ ਦੇ ਕੇ ਸਿੱਖਾਂ ਨੂੰ ਤਾਰਿਆ। ਹੁਣ ਉਹ ਸਾਰੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਗੁਰੂ ਕਲਗੀਧਰ ਨੇ ਆਨੰਦਪੁਰ ਸਾਹਿਬ ਹੁਕਮਨਾਮੇ ਭੇਜ ਕੇ ਵਿਸਾਖੀ ਦੇ
दिन तो पहला ही इकट्तर होवन लई हुक्म किया, हुक्मनामे भेजे। बैसाखी को दिन ने रावा, सब सिखण को गुरु बुलावा, इतिहास का कथन है। बैसाखी को दिन ने रावा, भाव नेड़े आ गया बैसाखी का दिन। सब सिखण को गुरु बुलावा, सब सिखां नूं सद्या गुरदेव ने। किथों किथों सद्या, चौं दिसन ते गुरु हकारे, पठे हुक्मनामे लिख सारे। हुक्मनामे भेज के सब थावां तो बुलाए हन। की किया है महाराज ने किया, चेत मास में मोहे टिगावे हैं, बसोहे को मेला बडलावे। महाराज कहंदे गुरसिखो बैसाखी का बड़ा जोड़ मेला लगावना है। चेतर दे महीने दे रहंदे दिनां विच ही आनंदपुर साहब सारे इकट्ठे हो गए। धन सर गुरु, धन गुरु दे सिख। इतिहास का कथन है, जथा सगत कर लीन अकोर, सुन सुन हुक्म चले गुर ओर। जिन्ना जिन्ना गुरु ने गुरसिखां नूं बल बख्शिया, बित अनुसार पिठावा लैके चले ने। केसगढ़ तख्त केसगढ़ जै अदक सुहावन, जिथे तख्त श्री केसगढ़ साहब शोभा पाउंदा, अवलो जै सिख माथ झुकावन। आन आनंदपुर मेला भयो, श्री कलगीधर को दर्शन कयो। आनंदपुर साहब विच संगतां इकट्ठियां हो गईयां, कलंगियां वाले दे दर्शन कीते हन। हुण दिन बैसाखी दा आ गया, 1699 दी बैसाखी वाला दिन। हजूर ने बड़ा तंबू लगाया, पुन तंबू एक रुचर लगायो, बहुत दरब जिस ऊपर लायो। 2.5 लाख की कीमत बारो, नाहे समान जाहे जग सारो। अमृत वेले जिवें हुण गुरु ग्रंथ साहब जी दे हजूरी अंदर पहलों कीर्तन होए है, कथा हो रही है, दीवान सजे आए इसे तरह। दीवाना की समाप्ति तो चोजी प्रीतम ने वाल म्यान दे विचों तलवार खिंची है। उहदा जिक्र ज्ञानी ज्ञान सिंह जी ने किया, खड़ग खैंच कर लीन सो चमकत, ठहरत मानो दामनी दमकत। ऐसी तलवार तेज धार वाली चमक वाली हजूर दी है, जिवें आकाशी बिजली चमकदी होवे। उहदे नालों भी तेज कान सुर सम बोले गुर खानी, सब संगत गुर पिरिया महानी। बड़ी गहराई वाली बुलंद आवाज नाल हजूर ने सब सिखां नूं संबोधन करके बचन कहे ने। भाई गुरु नूं संगत तां सारी प्यारी है, पर नाल अगला हुक्म कर दिता, अत पिरिया सिख है को मेरा, अपनो शीस दे सबेरा। है गुरु का कोई प्यारा सिख उठो, आज गुरु घर दे अंदर सिर दी लोड़ है, अपना सिर देवे। तीसरा वचन सुन के भाई दया राम खत्री उठे हन। हजूर नूं पकड़ के कनात अंदर तंबू अंदर लै गए, भाना बरताया। लहू भजी तलवार लैके फिर 80,000 दे इकट्ठ विच आके उच्ची धुन पुन सतगुरु उचारा, और सिर दे को सिख प्यारा। बड़ी उच्ची आवाज नाल फिर आके कहा, मारे कहंदे भाई होर सिर दिओ कोई सिख उठो। तीसरे हुक्म नूं फिर सुन के भाई धर्मचंद जी उठे ने। बारी बारी 5 सिखां ने गुरदेव दे हुक्म की पालना की। भाई साहब चंद जी, मुकम चंद जी, हिम्मत चंद जी, ये 5 ही गुरु के प्यारे गुरु के सन्मुख हाजिर होए ने, जिन्हां दा जिक्र इतिहास ने किया है। दया राम खत्री कजाती, धर्मचंद वर जट बख्याती, तीसरो हिम्मत चंद कुहारै, चतुर्थ मोहकम चंद उचारै, पंचमो साहिब चंद गनीपा। ये 5 वारी वारी सिख हाजिर होए ने। फिर गुरदेव ने अमृत तैयार किया, गुरु खालसा जी। सो अमृत गुरते पाही जियो, क्यों गुरु कोलों मिलता और किसी कोलों नहीं मिलिया। ये कलगियां वाले ने तैयार किया, बाणी पढ़ के। इतिहास का जिक्र है,
मेरे चोजी प्रीतम गुरु गोबिंद सिंह साहब जी ने सतलुज का जल मंगा के सरबलो दे बाटे विच पा करके बीर आसन बैठ के खंडा फेरदिया 5 बाणियां दा पाठ किया है। पाए लो जल वासन में खंडा सूद फेर ऐस गुर कियो है। जपजियो जाप जी को दसहूं सवैये पुन चौपी अलायक है। आनंद उचार अरदास करके सुधार अमृत त्यार गुर ऐस विद कीनो है। अमृत त्यार किया अमृत बनाया। इस गल की गवाही बाबा राम कुंवर जी ने भी भरी आ। इतिहास का कथन है ब्रह्म ज्ञानी बाबा बुढ़ा जी की वंश दे विचों जो बाबा राम कुंवर जी सन ब्रह्म ज्ञानी जिन्होंने कलंगियां वाले ने अमृत छका के जिन्हों का नाम गुरबख्श सिंह रखिया वो बालक अवस्था विच उत्थे उस वेले मौजूद सन जदों सिखां दे सिर लए ने जदों कलंगियां वाले ने अमृत तैयार किया 5 बाणियां का पाठ करके अमृत तैयार करके गुरदेव ने कहते 2 पंछी आए ने चिड़े। इतिहास च वचन है भी उन्होंने थोड़ा बर्तन विच पा के रख दिता। दोए आप विच जुट पे ने कहते लहू लहान हो गए सामने देखदे दोवें पंछी चढ़ाई कर गए ने। बाबा राम कुंवर जी ने अखी वेख्या सब कुछ। उथे इतिहास बचन ने राम कुंवर कै संतो सुनियो बाल बैस मेरो तन जानियो। बाबा राम कौर जी कहते हे प्रभु प्यारिओ है गुरसिखो सुनना करो। कहते मेरी उदों बालक अवस्था सी मैं भरे इकट्ठ दे विच बैठा वेख रहा सी कलंगीधर ने जो अमृत तैयार किया। राम कुंवर कै संतो सुनियो बाल बैस मेरो तन जनियो। धाए गयो मैं माता पास जय बैठी जीतो जी सुख रास। बाबा राम कौर जी कहते जो अमृत कलंगियां वाले सतगुरु ने 2 पंछियां नूं पाया दोए पंछी आपस विच लड़दियां चुंझां दे नाल लहू लहान हुंदियां सामने चढ़ाई करके कहते मैं दौड़ के फिर माता जी कोल गया। धाए गयो मैं माता पास जय बैठी जीतो जी सुख रास। माता जीतो जी जिथे बैठे सन कहते मैं उत्थे गया निकट बैठ मैं सकल सुनाई अमृत इस विद गुरु बनाई। कहते माता जी को दसिया माता जी दशमेश पिता सतगुरु जी ने ऐसा अमृत तैयार किया है 2 पंछियां नूं पाया है वो दोवें आपस में लड़ करके जंग करदे दोवें चढ़ाई कर गए ने। ऐसा ना होवे कि सारे सिखां नूं ऐसा छका के सिख ही आप जंग विच जुट जावन। कहते उस वेले फिर माता जी ने उस वेले यतन किया है अपनी पल्ले दे विच पतासे लए ने। नाली बाबा राम कौर जी आए माता जीतो जी जिथे कलंगीधर जी ने अमृत तैयार किया सी कोल पहुंच गए ने। बड़े प्रसन्न होए सतगुरु कहन लगे बड़े चंगे समय आ गए जीतो जी जिथे असां ने वीर रस भरिया खालसे नूं अमृत छका के जुर्म का नाश करने लई जालमां दा खात्मा करने लई ये वीर रस भरना सी। उत्थे तू आ जिहड़ा समय दे नाल पतासे लैके आ गई आ नाल हुण मठियास भी तू विच पा दिता है। लोड़ सी तेरी भी समय दे नाल तू आ पहुंची आ। माता जी ने फिर पतासे उस अमृत विच पाए हैं। यह इतिहास का कथन है। ऐसा अमृत कलंगियां वाले सतगुरु गुरु गोबिंद सिंह साहब जी महाराज ने गुरु खालसा जी उस वेले तैयार किया है। कलंगीधर पातशाह ने बख्शिश की पंजां नूं अमृत छकाया। इतिहास का कथन है पान जोर कर अमी छकावै बोल वाहिगुरु मुखों कहावै। पंजां नूं 5 ककारी रहत बख्शी आ अमृत छकाया मूल मंत्र गुर मंत्र दृढ़ कराया। फिर पंजां दे अगे हाथ जोड़ के आप भी बेनती की आ। कलगियां वाले पातशाह कहन लगे भाई दया सिंह जी जिवें तुहानू दया राम तो दया सिंह बनाया अमृत छका के हुण मैनू भी गोबिंद राय तो गोबिंद सिंह बना दिओ। इतिहास का कथन है सियाणे विद्वान कथन करते ने
कहते पंज प्यारे कहन लगे पातशाह तुसां ने तां साडा सीस लिया है, असां ने सिर भेंट कीते ने, आप की देवोगे। कलंगियां वाले सतगुरु कहन लगे भाई दया सिंह धर्म सिंह तुसां ने एक एक सिर दिता है, मैं सब कुछ तुहाथों कुर्बान कर देवांगा। अल्लाह जारखा जोगी लिखदा है पहले पिता कटाया अब बेटे कटाऊंगा, गुरु नानक का बाग खून जिगर से खिलाऊंगा। एक अल्लाह कहया नहीं, सब कुछ सच करके विखा लिया कलंगियां वाले ने। कोई है संसार दे अंदर ना कोई पीर ना पैगंबर ना कोई अवतार, ऐसा नहीं कोई होया ना होना है। चमकौर दी घड़ी दे अंदर जे बड़ा साहबजादा 10 लाख दे नाल टाकरा करदियां पिता गुरु दे वचन सफले करदियां शहीदी प्राप्त कीती है, 1.25 लाख से एक लड़ाऊं तब गोबिंद सिंह नाम कहाऊं। ते हजूर आप रसना तो कह रहे ने अल्लाह जारखा जोगी लिखता शाबाश पिसर खूब दलेरी से लड़े हो, हाँ क्यों ना हो गोबिंद के फरजंद बड़े हो। धन कलंगीधर पातशाह जी छोटे साहबजादे नूं आप अपने हथी शस्त्रां नाल सनत बनौद करके जंग च शहादत देण लई आप तोर रहे ने। आप कह रहे ने लो आओ तन पाक पे हथियार सजा दे, छोटी सी कमा नन्ही सी तलवार सजा दे। फिर आप कहते ने लो जाओ सुधारो तुम्हें अल्लाह को सौंपा, मर जाओ जा मारो तुम्हें अल्लाह को सौंपा। पर जे शहीद सामने हो गया जद हस शहीदी पा गया लालच तेरा, अखा सामने हो गया वो वेरा वेरा, उंगल ला के ले गया उन्होंने वीर वडेरा। हाथ जोड़ बोले सतगुरु पा भाना वाह भाना तेरा। पर अखीर च की क्या पंथ बसे मैं उजड़ा मन चाओ कनेरा। गुरदेव कहन लगे खालसा जी मैनू अमृत छका के गोबिंद राय तो गोबिंद सिंह बना दिओ। फिर अमृत छकिया हजूर ने, तभी भाई गुरदास सिंह ने कहा वाह प्रगटियो मर्द अगंबड़ा वरियाम अकेला, वाह वाह गोबिंद सिंह आपे गुर चेला बने ने। इसलिए अमृत छक के सतगुरु ने बाणी च कह दिता अमृत पीवै अमर सो होए। गुरु के साहबजादियां ने अमृत छकिया, गुरु के महल साडे मतामा ने बेअंत सिख संगतां ने अमृत छकिया। इतिहास ने इत्थों तक कहा कि आनंदपुर साहब की धरती ते हर रोज अमृत का वाटा तैयार होंदा सी। अमृत नित पिरत देत अनेक, अमृत नित पिरत लायत अनेक, देत गवावत जगत विवेक। सतगुरु ज्ञान दे समुंदर हर रोज अमृत का वाटा तैयार करके अमृत अभिलाषियां नूं छकावदे सन। अगों लई भी हुक्म किया भाई सब देश देश की संगत ताई पुन पठियो कह ऐसे, 5 भुजंगी ते जो अमृत छकै सो सिख सुख लैसे। अंग संग में रहो तिसी के करो निहाल महाने, 4 पदार्थ दयो तिसी को बचन जो हमरा माने। ये अटल सच्चाई आ जेड़ा छक लैंदा ओदा मौत का डर खत्म हो जाता है। मेरे चोजी प्रीतम गुरु गोबिंद सिंह साहब जी ज्यादा मालवे की धरती ते छत्तिया ने पिंड पहुंचे ने, इतिहास में जिक्र है उथे एक बहमी शाह मुसलमान फकीर कब्र विच जिउंदियां ही मौत तो वरदा बड़िया बैठा सीगा, जिहदा नाम महान कोश दे अंदर इब्राहिम शाह लिखिया। पहला उहदा नाम सी, पर बहमी होने करके उहदा नाम बहमी शाह फकीर ही प्रसिद्ध हो गया। जिउंदियां ही कब्र बना ली बड़ी पक्की, मौत तो डरदियां भी खवनी इत्थे बच जावांगा। पर जदों कलंगियां वाले सतगुरु दे सिफत सुनी, महिमा सुनी, गुरु के खालसे दियां कुर्बानियां सुनिया, अमृत दी सिफत सुनी, उस वेले सतगुरु दे अगे फिर उस छत्तिया ने पिंड जदों गुरदेव पहुंचे हाथ जोड़ के गुरदेव नूं बेनती कीती दास आपनो मोहे बनावो करहो सिंह खंडे पौल छकावो। वो बहमी शाह फकीर हाथ जोड़ के कवि संतोख सिंह जी ने गुरु प्रताप सूरज ग्रंथ में लिखिया, कहते हाथ जोड़ के कहता है दशमेश पिता
ਦਾਸ ਆਪਨੋ ਮੋਹਿ ਬਨਾਵੋ, ਕਰੋ ਸਿੰਘ ਖੰਡੇ ਪੌਲ ਛਕਾਵੋ, ਮੈਨੂੰ ਆਪਣਾ ਸਿੰਘ ਬਣਾ ਲਓ। ਮਹਾਰਾਜ ਮੈਨੂੰ ਖੰਡੇ ਦੀ ਪੌਲ ਦਿਓ, ਅੰਮ੍ਰਿਤ ਛਕਾਓ। ਨਾਲ ਹੀ ਹੱਥ ਜੋੜ ਕੇ ਕਹਿਣ ਲੱਗਿਆ, ਮਹਾਰਾਜ ਜਗਤ ਵਿਖਾ ਹੈ ਪੰਥ ਘਨੇਰੇ, ਮਹਾਰਾਜ ਸੰਸਾਰ 'ਚ ਬੜੇ ਪੰਥ ਹਨ ਚੱਲੇ ਹੋਏ, ਭਲੀ ਪ੍ਰਕਾਰ ਸਦਾ ਹੀ ਹੇਰੇ। ਕਹਿੰਦਾ ਮਹਾਰਾਜ ਮੈਂ ਸਾਰੇ ਦੇਖ ਲਏ, ਕੋਈ ਇਹੋ ਜਿਹਾ ਪੰਥ ਨਹੀਂ ਜਿਹਦੇ ਵਿੱਚ ਜਾਇਆ, ਜਿਸ ਪੰਥ ਨੂੰ ਧਾਰਨ ਕੀਤਿਆਂ ਮੌਤ ਦਾ ਡਰ ਖਤਮ ਹੋ ਜਾਵੇ। ਇੱਕ ਤੁਸਾਂ ਨੇ ਐਸਾ ਖਾਲਸਾ ਪੰਥ ਸਾਜਿਆ ਜਿੱਥੇ ਮੌਤ ਦਾ ਭੈ ਖਤਮ ਹੋ ਜਾਂਦਾ ਹੈ, ਪਰ ਮੇਰੇ ਤੇ ਕਿਰਪਾ ਕਰ ਦਿਓ। ਉਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਲੈ ਆਗਿਆ, ਅੰਮ੍ਰਿਤ ਬਣਵਾਇਓ, ਖੜੇ ਹੋਏ ਤਬ ਅੰਮ੍ਰਿਤ ਛਕਾਇਓ। ਭਾਈ ਦਾਨ ਸਿੰਘ ਜੀ ਨੇ, ਗੁਰੂ ਕੇ ਸਿੰਘਾਂ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਹੋ ਕੇ ਫਿਰ ਅੰਮ੍ਰਿਤ ਦਾ ਵਾਟਾ ਤਿਆਰ ਕੀਤਾ। ਉਸ ਬਹਿਮੀ ਸ਼ਾਹ ਫਕੀਰ ਨੂੰ ਅੰਮ੍ਰਿਤ ਛਕਾਇਆ। ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਸੰਨ ਹੋ ਕੇ ਉਹਦਾ ਨਾਮ ਫਿਰ ਅਜਮੇਰ ਸਿੰਘ ਰੱਖਿਆ। ਇਹ ਇਤਿਹਾਸ ਵਿੱਚ ਕਥਨ ਹੈ, ਮਹਾਨਕੋਸ਼ ਵਿੱਚ ਵੀ ਜ਼ਿਕਰ ਆਉਂਦਾ ਹੈ। ਫਿਰ ਉਹ ਹਰ ਰੋਜ਼ ਗੁਰੂ ਕਾ ਸਿਮਰਨ ਕਰਨ ਲੱਗਿਆ। ਸਿਮਰਨ ਕਰਨ ਲੱਗੇ ਉਹ ਗੁਰ ਕੇਰਾ, ਬਾਣੀ ਪਠੇ ਸੰਝ ਸਵੇਰਾ। ਕਹਿੰਦੇ ਹਰ ਰੋਜ਼ ਸੁਬਾਹ ਸ਼ਾਮ ਗੁਰਬਾਣੀ ਦਾ ਨਿਤਨੇਮ ਵੀ ਕਰਿਆ ਕਰੇ ਤੇ ਸਿਮਰਨ ਵਿੱਚ ਵੀ ਜੁਟ ਗਿਆ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ, ਜਿਸ ਜਲ ਨਿਧ ਕਾਰਨ ਤੁਮ ਜਗ ਆਏ ਆ ਮਨੁੱਖ, ਜਿਸ ਅੰਮ੍ਰਿਤ ਦੀ ਪ੍ਰਾਪਤੀ ਲਈ ਬਈ ਤੁਸੀਂ ਸੰਸਾਰ ਅੰਦਰ ਜਨਮ ਲੈ ਕੇ ਆਏ ਹੋ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਅੰਮ੍ਰਿਤ ਗੁਰੂ ਪਾਸੋਂ ਹੀ ਪ੍ਰਾਪਤ ਹੋ ਸਕਦਾ ਹੈ। ਛੋਡੋ ਵੇਸ ਭੇਖ ਚੁਤਰਾਈ, ਦੁਬਿਧਾ ਇਹੋ ਫਲ ਨਾਹੀ ਜੀਓ। ਇਹ ਚਤਰਾਈਆਂ ਦੇ ਨਾਲ ਨਹੀਂ ਪ੍ਰਾਪਤ ਹੋ ਸਕਦਾ, ਨਾ ਕੋਈ ਦਿਖਾਵੇ ਦਾ ਪਖੰਡ ਵਾਲਾ ਭੇਖ ਦਾ ਵੇਸ ਸਰੀਰ ਤੇ ਪਹਿਨ ਕੇ ਕੋਈ ਇਹ ਪ੍ਰਾਪਤ ਹੋ ਸਕਦਾ ਹੈ। ਇਸ ਲਈ ਛੋਡੋ ਵੇਸ ਭੇਖ ਚਤਰਾਈ, ਛੱਡ ਦਿਓ ਦਿਖਾਵੇ ਦਾ ਪਖੰਡ ਵਾਲਾ ਲਿਵਾਸ, ਅਤੇ ਦੁਬਿਧਾ ਇਹ ਫਲ ਨਾਹੀ ਜੀਓ। ਇਹ ਅੰਮ੍ਰਿਤ ਫਲ ਦੀ ਪ੍ਰਾਪਤੀ ਦੁਬਿਧਾ ਦੁਚਿੱਤਾਪਨਾ ਦੇ ਅੰਦਰ ਵੀ ਪ੍ਰਾਪਤ ਨਹੀਂ ਹੁੰਦੀ। ਇਹ ਦੁਬਿਧਾ ਵੀ ਛੱਡ ਦਿਓ, ਦੁਚਿੱਤਾਪਨਾ ਤਿਆਗ ਦੇਣਾ ਕਰੋ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਹੇ ਮਨ ਹੇ ਪਿਆਰੇ, ਸਥਿਰ ਰਹਿਣਾ ਕਰ, ਮਤਾਂ ਕਿਧਰੇ ਹੋਰ ਇੱਧਰ ਉੱਧਰ ਜਾ। ਇਹਦੀ ਪ੍ਰਾਪਤੀ ਲਈ ਹੋਰ ਨਾ ਇੱਧਰ ਉੱਧਰ ਭਟਕਣਾ ਕਰ, ਹੋਰ ਕਿਤੋਂ ਨਹੀਂ ਮਿਲੇਗਾ। ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਪਾਰ। ਇਹ ਤਾਂ ਅੰਦਰ ਹੀ ਹੈ, ਅੰਤਰ ਖੂਹਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਐ ਪਨਹਾਰੀ। ਇਹ ਤਾਂ ਗੁਰੂ ਬਖਸ਼ਿਸ਼ ਨਾਲ ਗੁਰੂ ਦੇ ਪਾਸੋਂ ਅੰਮ੍ਰਿਤ ਪ੍ਰਾਪਤ ਕਰਕੇ ਫੇਰ ਹੀ ਅੰਮ੍ਰਿਤ ਦਾ ਖਜ਼ਾਨਾ ਅੰਦਰੋਂ ਪ੍ਰਾਪਤ ਹੋਣਾ ਹੈ। ਮਨ ਵੇ ਫਿਰ ਰਹੋ, ਮਤ ਕਤ ਜਾਹੀ ਜੀਓ। ਮਤਾਂ ਕਿਧਰੇ ਹੋਰ ਜਾਣਾ ਕਰ। ਬਾਹਰ ਢੂਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਬਾਹਰ ਖੋਜਣ ਦੇ ਨਾਲ, ਢੂੰਡਣ ਦੇ ਨਾਲ ਬਹੁਤ ਦੁੱਖ ਪਾਵੇ, ਬਹੁਤਾ ਦੁੱਖ ਭੋਗਣਾ ਪਵੇਗਾ, ਦੁੱਖ ਪਾਉਣਾ ਪਵੇਗਾ ਬਾਹਰ। ਇਸੇ ਲਈ ਸਤਿਗੁਰੂ ਨੇ ਕਹਿ ਦਿੱਤਾ, ਕਾਹੇ ਰੇਵਣ ਖੋਜਣ ਜਾਈ, ਸਰਬ ਨਿਵਾਸੀ ਸਦਾ ਲੇਪਾ, ਤੋਹੀ ਸੰਗ ਸਮਾਈ। ਭੋਗ ਮਦ ਜਿਉ ਬਾਸ ਵਸਤੈ, ਮੁਕਰ ਮੈਂ ਜੈਸੇ ਸ਼ਾਈ, ਤੈਸੇ ਹੀ ਹਰ ਵਸੈ ਨਿਰੰਤਰ, ਘਾਟੀ ਖੋਜੋ ਭਾਈ। ਘਰ ਅੰਮ੍ਰਿਤ ਘਟ ਮਾਹੀ ਜੀਓ। ਸਰੀਰ ਰੂਪੀ ਘਰ ਦੇ ਅੰਦਰ, ਹਿਰਦੇ ਰੂਪੀ ਅੰਤਸ਼ਕਰਨ ਰੂਪੀ ਘਟੇ ਦੇ ਵਿੱਚ ਹੀ ਇਹ ਅੰਮ੍ਰਿਤ ਹੈ। ਰਹਾਉ ਸ਼ਾਮ ਦੇ ਕੇ ਹਜੂਰ ਫਰਮਾਉਂਦੇ ਹਨ, ਅਵਗਣ ਛੋੜ ਗੁਣਾ ਕੋ ਤਾਵਹੁ, ਕਰ ਅਵਗੁਣ ਪੁੱਛਤਾਹੀ ਜੀਓ। ਆਏ ਮਨੁੱਖ ਅਵਗੁਣਾਂ ਦਾ ਤਿਆਗ ਕਰਦੇ, ਸ਼ੁਭ ਗੁਣਾਂ ਦੀ ਪ੍ਰਾਪਤੀ ਲਈ ਹੀ ਦੌੜਨਾ ਕਰ, ਧਾਵਨਾ ਕਰ, ਜਿੱਥੋਂ ਪ੍ਰਾਪਤ ਹੋਣ। ਨਹੀਂ ਤਾਂ ਅਵਗੁਣ ਕਰਨੇ ਕਰਕੇ ਮੁੜ ਕੇ ਪਛਤਾਉਣਾ ਹੀ ਹੱਥ ਆਉਂਦਾ ਹੈ, ਪਛਤਾਵਣਾ ਪੈਂਦਾ ਹੈ। ਸਾਰ ਅਪਸਰ ਕੀ ਸਾਰ ਨ ਜਾਣ ਹੈ, ਫਿਰ ਕੀ ਚਿਬੜਾਹੀ ਜੀਓ। ਮਨੁੱਖ ਤੈਨੂੰ ਚੰਗੇ ਮਾੜੇ ਦੀ ਕੋਈ ਸਾਰ ਹੀ ਨਹੀਂ, ਕਦਰੀ ਨਹੀਂ, ਖਬਰੀ ਨਹੀਂ ਹੈ। ਇਹ ਜਾਣਦਾ ਹੀ ਨਹੀਂ ਤੂੰ ਆ ਚੰਗਾ ਹੈ, ਆ ਕੁਝ ਮਾੜਾ ਹੈ। ਇਸ ਲਈ ਬਾਰ-ਬਾਰ ਤੂੰ ਵਿਕਾਰਾਂ ਰੂਪੀ ਚਿੱਕੜ ਵਿੱਚ ਡੁੱਬ ਰਿਹਾ ਹੈ। ਅੰਤਰ ਬੈਲ ਲੋਭ ਬਹੁ ਝੂਠੇ,
ਬਾਹਰ ਨਾਵਹੁ ਕਾਹੀ ਜੀ। ਐ ਝੂਠਿਆ ਪੁਰਸ਼ਾ, ਅੰਦਰ ਤੇਰੇ ਬਹੁਤ ਸਾਰਾ ਲੋਭ ਹੈ, ਅੰਤਰ ਲੋਭ, ਅਤੇ ਤੂੰ ਝੂਠਾ ਬਣ ਰਿਹਾ। ਬਾਹਰ ਨਾਵੋ ਕਾਹੀ ਜੀਓ, ਬਾਹਰ ਕਾਸ ਵਾਸਤੇ ਤੀਰਥਾਂ ਤੇ ਇਸ਼ਨਾਨ ਕਰਦਾ ਫਿਰਦਾ, ਇਸ ਲਈ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਇਹ ਬਾਹਰੋਂ ਨਹਾਵਣ ਨਾਲ ਪਵਿੱਤਰ ਨਹੀਂ ਬਣਿਆ ਜਾਣਾ ਜਿੰਨਾ ਚਿਰ ਅੰਦਰੋਂ ਵਿਕਾਰਾਂ ਦਾ ਤਿਆਗ ਨਹੀਂ ਕਰਦਾ। ਨਿਰਮਲ ਨਾਮ ਜਪਹੁ ਸਦ ਗੁਰਮੁਖਾ, ਅੰਤਰ ਕੀ ਗਤ ਤਾਹੀ ਜੀਓ। ਪਵਿੱਤਰ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ ਕਰ ਸਦਾ ਹੀ ਗੁਰਮੁਖ ਬਣ ਕੇ, ਗੁਰੂ ਦੇ ਸਨਮੁਖ ਹੋ ਕਰਕੇ, ਫਿਰ ਅੰਤਰ ਆਤਮੇ ਸ਼ੁੱਧਤਾ ਦੀ ਪ੍ਰਾਪਤੀ ਹੋ ਜਾਵੇਗੀ, ਅੰਦਰੋਂ ਵਿਕਾਰਾਂ ਦਾ ਖਾਤਮਾ ਹੋ ਜਾਵੇਗਾ। ਹਰ ਹਰ ਲੋਭ ਨਿੰਦਾ ਕੂੜ ਤਿਆਗਹੁ, ਸੱਚ ਗੁਰ ਬਚਨੀ ਫਲ ਪਾਹੀ ਜੀ। ਮਨੁੱਖ ਲੋਭ ਨੂੰ ਤਿਆਗ ਦੇਣਾ ਕਰ, ਪਰ ਹਰ ਲੋਭ ਦੂਰ ਕਰ ਦੇ, ਅਤੇ ਨਿੰਦਾ ਕੂੜ ਤਿਆਗੋ, ਝੂਠ ਬੋਲਣਾ ਤੇ ਨਿੰਦਾ ਕਰਨੀ ਇਹ ਵੀ ਤਿਆਗ ਦੇਣਾ ਕਰ। ਗੁਰੂ ਦੇ ਸੱਚੇ ਵਚਨਾਂ, ਗੁਰੂ ਦੇ ਸੱਚੇ ਉਪਦੇਸ਼ ਅਨੁਸਾਰ ਨਾਮ ਰੂਪੀ ਅੰਮ੍ਰਿਤ ਫਲ ਨੂੰ ਪਾਵਣਾ ਕਰ। ਜੋ ਭਾਵੈ ਤਿਉ ਰੱਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਸ਼ਬਦ ਦੀ ਸੰਪੂਰਨਤਾ ਕਰਦਿਆਂ ਅਖੀਰਲੀ ਪੰਕਤੀ 'ਚ ਹਜ਼ੂਰ ਬਖਸ਼ਿਸ਼ ਕਰਦੇ ਨੇ, ਮਨੁੱਖ ਇਉਂ ਬੇਨਤੀ ਕਰ ਮਾਲਕ ਦੇ ਅੱਗੇ, ਜਿਉਂ ਭਾਵੈ ਤਿਉਂ ਰੱਖੋ ਹਰ ਜੀਓ। ਹੇ ਵਾਹਿਗੁਰੂ ਜੀ, ਅਸੀਂ ਸ਼ਰਨ 'ਚ ਆ ਪਏ ਆ, ਹੁਣ ਜਿਵੇਂ ਤੈਨੂੰ ਚੰਗਾ ਲੱਗਦਾ ਰੱਖ ਲੈਣਾ ਕਰ, ਜਿਉਂ ਭਾਵੈ ਤਿਉਂ ਰਾਖ ਲੈ। ਹਮ ਸ਼ਰਨ ਪ੍ਰਭ ਆਏ RAM ਰਾਜੇ, ਹਮ ਭੂਲ ਵਿਗਾੜੇ ਦਿਨ ਸਬਾਤ। ਹਰ ਲਾਜ ਰਖਾਏ, ਹੇ ਮਾਲਕ ਜਿਵੇਂ ਤੈਨੂੰ ਸਿਖਾਉਂਦਾ ਪਾਉਂਦਾ, ਸਾਨੂੰ ਰੱਖ ਲਾ, ਅਸੀਂ ਸ਼ਰਨ 'ਚ ਆ ਪਏ ਆ। ਜਨ ਨਾਨਕ ਸ਼ਬਦ ਸਲਾਹੀ ਜੀਓ, ਦਾਸਾ ਭਾਵ ਧਾਰ ਕੇ ਹਜ਼ੂਰ ਕਥਨ ਕਰਦੇ ਨੇ, ਹੇ ਵਾਹਿਗੁਰੂ ਜੀ, ਮੈਂ ਜਨ ਸੇਵਕ ਤਾਂ ਸਦਾ ਹੀ ਤੁਹਾਡੇ ਸ਼ਬਦ ਰਾਹੀਂ, ਗੁਰ ਉਪਦੇਸ਼ ਰਾਹੀਂ ਆਪ ਜੀ ਨੂੰ ਸਲਾਹੁਣਾ ਕਰਦਾ, ਆਪ ਜੀ ਦੀ ਹੀ ਸਿਫਤ ਕਰਦਾ ਹਾਂ। ਐ ਮਨੁੱਖ ਸਦਾ ਉਹਦੀ ਸਿਫਤ ਸਲਾਘਾ ਵਿੱਚ ਜੁੜਨਾ ਕਰ। ਇਹ ਅੱਜ ਦੇ ਅੰਮ੍ਰਿਤ ਵੇਲੇ ਦੇ ਸਤਿਗੁਰੂ ਦੇ ਬਖਸ਼ਿਸ਼ ਕੀਤੇ ਮੁਖਵਾਕ ਦੀ ਵਿਚਾਰ ਆਪ ਗੁਰਸੰਗਤ ਜੀ ਸਰਵਣ ਕੀਤੀ ਆ, ਹਿਰਦੇ 'ਚ ਥਾਂ ਦਈਏ। ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਸਤਿਗੁਰੂ ਬਖਸ਼ ਲੈਣ। ਆਪ ਸੰਗਤ ਨੇ ਖਿਮਾ ਕਰਦੇ ਨਹੀਂ। ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ। ਸਮੁੱਚੀਆਂ ਸੰਗਤਾਂ ਦਾ, ਸਿੰਘ ਸਾਹਿਬ ਹੈਡ ਗ੍ਰੰਥੀ ਸਾਹਿਬ ਅਤੇ ਸਮੁੱਚੇ ਸਿੰਘ ਸਾਹਿਬਾਨਾਂ ਦਾ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਪ੍ਰਧਾਨ ਸਾਹਿਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸਤਿ ਗੁਰ ਬਚਨੀ ਫਲ ਪਾਹੀ ਜੀਓ। ਜਿਉ ਭਾਵੈ ਤਿਉ ਰੱਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਵਾਹਿਗੁਰੂ ਜੀ ਕਾ ਖਾਲਸਾ।